पंजाब के किसान वीरों, सब तो पहला आप सब नूं सत श्री अकाल। जिस तरह के पंजाब सरकार वालों और महकमा खेतीबाड़ी वालों जिहड़ा वा वो सीधी बिजाई वास्ते स्कीम जिहड़ी वो पंजाब दे विच चालू की गई है। किसान वीरों, इस सीधी बिजाई का जिहड़ा मकसद की हैगा, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਾਡੇ ਪੰਜਾਬ ਦਾ ਪਾਣੀ ਦਾ ਲੈਵਲ ਆ ਉਹ ਬਿਲਕੁਲ ਥੱਲੇ ਜਾ ਰਿਹਾ। ਉਸ ਨੂੰ ਬਚਾਉਣ ਵਾਸਤੇ ਜਿਹੜਾ ਸਿੱਧੀ ਬਿਜਾਈ ਪੰਜਾਬ ਸਰਕਾਰ ਵੱਲੋਂ ਉਤਸ਼ਾਹਿਤ ਕੀਤੀ ਗਈ ਔਰ ਮਹਿਕਮਾ ਖੇਤੀਬਾੜੀ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਰਲ ਕੇ ਸਾਰੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰਤੀ ਕਰ ਰਹੇ ਹਨ। ਉਹਦੇ ਸੰਬੰਧ ਦੇ ਵਿੱਚ ਹੋਰ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਡਾਕਟਰ ਸਰਬਾਜ ਸਿੰਘ ਚੀਮਾ ਜੀ, ਖੇਤੀਬਾੜੀ ਅਫਸਰ ਬਟਾਲਾ। ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਆ ਕੇ ਕਿ ਕਿਸਾਨ ਵੀਰੋ ਸਿੱਧੀ ਬਿਜਾਈ ਦੇ ਕਿਹੜੇ ਨੁਕਤੇ ਆਪਣੇ ਕੰਮ ਕਰਦੇ ਨੇ। ਸਭ ਤੋਂ ਪਹਿਲਾਂ ਮੈਂ ਚੀਮਾ ਸਾਹਿਬ ਨੂੰ ਇਹ ਪੁੱਛਾਂਗਾ ਕਿ ਚੀਮਾ ਸਾਹਿਬ ਜਿਹੜੀ ਸਿੱਧੀ ਬਿਜਾਈ ਵਾਸਤੇ ਜ਼ਮੀਨ ਦੀ ਤਿਆਰੀ ਉਹ ਕਿਸ ਤਰ੍ਹਾਂ ਕਰਨੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਮੈਂ ਹੁਣ ਇੱਥੇ ਦੱਸਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਆਪਾਂ ਜ਼ਮੀਨ ਤਿਆਰ ਕਰਨ ਵੇਲੇ ਬਹੁਤ ਧਿਆਨ ਰੱਖਣਾ ਸਿੱਧੀ ਬਿਜਾਈ ਦੇ ਲਈ। ਪਾਣੀ ਲਾਤੇ ਪਹਿਲਾਂ ਵੱਡਾਂ ਦੇ ਵਿੱਚ, ਵਹਾਈ ਕਰਕੇ ਉਸ ਤੋਂ ਬਾਅਦ ਲੇਜ਼ਰ ਲੈਵਲ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡਾ ਮੁੱਖ ਮਕਸਦ ਹੈ ਪਾਣੀ ਨੂੰ ਬਚਾਉਣਾ। ਔਰ ਲੇਜ਼ਰ ਲੈਵਲ ਕਰਕੇ ਪਾਣੀ ਇੱਕਸਾਰ ਮਿਲੇਗਾ। ਲੇਜ਼ਰ ਲੈਵਲ ਕਰਨ ਤੋਂ ਬਾਅਦ ਫਿਰ ਦੁਬਾਰਾ ਰੌਣੀ ਕਰਨਾ ਹੈ, ਕਿਉਂਕਿ 2 ਵਾਰ ਅਗਰ ਰੌਣੀ ਕਰਾਂਗੇ ਤੇ ਜਿਹੜੇ ਕੱਖ ਨਦੀਨ ਤਾਂ ਜਾਂ ਜਿਹੜਾ ਪਿਛਲੇ ਸਾਲ ਦਾ ਝੋਨਾ ਸਾਡਾ ਕਿਰਿਆ ਹੋਇਆ ਖੇਤ ਦੇ ਵਿੱਚ ਹੀ ਆ ਉਹ ਉੱਗੇਗਾ, ਉਹ ਵੀ ਉੱਗ ਜਾਵੇ, ਤਾਂ ਜੋ ਕਿ ਦੂਸਰੀ ਵਾਰ ਜਦੋਂ ਵਹਾਈ ਕਰਨੀ ਹੈ ਤੇ ਉਹ ਆਪਾਂ ਨਸ਼ਟ ਕਰ ਲਵਾਂਗੇ ਉਹਦੇ ਬੀਜ। ਖਾਸ ਤੌਰ ਤੇ ਬੀਜ ਪੈਲੀ ਨੂੰ ਤਿਆਰ ਕਰਨ ਲਈ ਇੱਕ ਨੁਕਤਾ ਜ਼ਰੂਰ ਧਿਆਨ ਰੱਖਣਾ, ਜਦੋਂ ਲੇਜ਼ਰ ਲੈਵਲ ਤੋਂ ਬਾਅਦ ਤਿਆਰ ਕਰਨਾ, ਕਿਉਂਕਿ ਸਵੇਰੇ ਤੇ ਸ਼ਾਮ ਹੀ ਪੈਲੀ ਦੀ ਵਹਾਈ ਕੀਤੀ ਜਾਵੇ। ਅਗਰ ਦੁਪਹਿਰ ਦੇ ਸਮੇਂ ਤੇ ਕਰਾਂਗੇ ਤੇ ਫਿਰ ਉਹ ਜਿਹੜੀ ਨਮੀ ਹੈ ਜਿਹੜੀ ਕਿ ਅਸੀਂ ਬਰਕਰਾਰ ਰੱਖਣੀ ਹੈ, ਬੱਤਰ ਬਣਾ ਕੇ ਰੱਖਣਾ, ਉਹ ਨਹੀਂ ਰਹਿ ਸਕਣਾ। ਇਸ ਕਰਕੇ ਸਵੇਰੇ ਸ਼ਾਮ ਹੀ ਤਿਆਰ ਕਰਕੇ ਔਰ ਪੈਲੀ ਤਿਆਰ ਹੋ ਗਈ। ਪੈਲੀ ਤਿਆਰ ਕਰਨ ਤੋਂ ਬਾਅਦ ਇੱਕ ਬਹੁਤ ਅਹਿਮ ਨੁਕਤਾ ਜੋ ਇਹਦੇ ਵਿੱਚ ਹੈ ਉਹ ਇਹ ਹੈ ਕਿ ਬਿਜਾਈ ਦਾ ਸਮਾਂ। ਬਿਜਾਈ ਦਾ ਸਮਾਂ ਉਹ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸ਼ਾਮ ਦੇ ਸਮੇਂ ਤੇ ਆਪਾਂ ਬਿਜਾਈ ਕਰੀਏ, ਤਾਂ ਜੋ ਕਿ ਉਦੋਂ ਉਸੇ ਵੇਲੇ ਹੀ ਸਪਰੇਅ ਜਿਹੜੀ ਹੈ ਸਾਡੀ ਨਦੀਨਨਾਸ਼ਕ ਦੀ ਹੋ ਜਾਏਗੀ। ਜੇ ਸ਼ਾਮ ਦੇ ਸਮੇਂ ਤੇ ਆਪਾਂ ਸਪਰੇਅ ਕਰਾਂਗੇ ਤੇ ਉਹਦਾ ਅਸਰ ਸਾਨੂੰ ਵਧੀਆ ਮਿਲੇਗਾ। ਜੀ ਸਰ, ਬਹੁਤ ਵਧੀਆ ਚੀਮਾ ਸਾਹਿਬ, ਆਪਣੇ ਬੜੀ ਡਿਟੇਲ ਦੇ ਵਿੱਚ ਇਸਦੀ ਤਿਆਰੀ ਵੀ ਦੱਸਿਆ। ਲੇਕਿਨ ਇਸ ਦੇ ਵਿੱਚ ਚੀਮਾ ਸਾਹਿਬ ਇਹ ਵੀ ਇੱਕ ਹੈਗਾ ਕਿ ਜਦੋਂ ਆਪਾਂ ਸਿੱਧੀ ਬਿਜਾਈ ਝੋਨੇ ਦੀ ਕਰ ਦਿੰਦੇ ਆ, ਉਸ ਨੂੰ ਪਹਿਲਾ ਪਾਣੀ ਜਿਹੜਾ ਆਪਾਂ 21 ਦਿਨਾਂ ਬਾਅਦ ਲਾ ਦੇਣਾ। ਹਾਂਜੀ, ਉਸ ਦੇ ਨਾਲ ਹੀ ਜਿਹੜਾ ਆਪਾਂ ਅਗਲੇ ਬੰਨੇ ਜਿਹੜੀ ਆ ਉਹਦੀ ਨਦੀਨਾਂ ਦੀ ਜਿਹੜੀ ਰੋਕਥਾਮ ਵਾਸਤੇ ਵੀ ਆਪਾਂ ਪ੍ਰਬੰਧ ਕਰਨੇ। ਤੁਸੀਂ ਇਹ ਦੱਸੋ ਵੀ ਜਦੋਂ ਬਿਜਾਈ ਸਿੱਧੀ ਝੋਨੇ ਦੀ ਕਰਨੀ ਆ ਸਵੇਰੇ ਜਾਂ ਸ਼ਾਮ, ਤੁਸੀਂ ਦੱਸਿਆ ਉਹਦੇ ਨਾਲ ਜਿਹੜੇ ਨਦੀਨ ਅਜੇ ਉੱਗੇ ਨਹੀਂ ਉਹਨਾਂ ਦੇ ਕੰਟਰੋਲ ਕਰਨ ਵਾਸਤੇ ਵੀ ਕੋਈ ਦਵਾਈ ਹੈਗੀ, ਉਹ ਕਿਸ ਤਰ੍ਹਾਂ ਕਰਨੀ? ਜਿਵੇਂ ਮੈਂ ਦੱਸਿਆ ਜੀ ਪਹਿਲਾਂ, ਜਦੋਂ ਵੀ ਅਸੀਂ ਬਿਜਾਈ ਕਰਨੀ ਹੈ ਸ਼ਾਮ ਦੇ ਵਕਤ, ਤੇ ਉਸ ਵੇਲੇ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ ਕੀਤੀ ਹੈ ਉਹੀ ਮਹਿਕਮਾ ਵੀ ਸਿਫਾਰਿਸ਼ ਕਰ ਰਿਹਾ। 1 ਲੀਟਰ ਪੈਂਡੀਮੈਥਰਿਨ ਦਵਾਈ ਜਿਹੜੀ ਹੈ ਆਮ ਤੌਰ ਤੇ ਸਟੌਂਪ ਦੇ ਨਾਮ ਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਕਿਸਾਨਾਂ ਦੇ ਵਿੱਚ, ਔਰ ਉਹ 1 ਲੀਟਰ ਦਵਾਈ 200 ਲੀਟਰ ਪਾਣੀ ਪ੍ਰਤੀ ਏਕੜ ਦੇ ਵਿੱਚ ਜ਼ਰੂਰ ਵਰਤੋਂ ਕਰਨੀ ਹੈ। ਔਰ ਖਾਸ ਤੌਰ ਤੇ ਮੈਂ ਕਿਸਾਨ ਵੀਰਾਂ ਨੂੰ ਇੱਥੇ ਬੇਨਤੀ ਕਰੂੰਗਾ ਕਿ ਪਾਣੀ ਦੇ ਆ ਕੇ ਉਹ ਕੰਜੂਸੀ ਕਰ ਜਾਂਦੇ ਆ। ਪਾਣੀ ਜਿਹੜਾ 200 ਲੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿੰਨਾ ਪਾਣੀ ਆਪਾਂ ਵੱਧ ਲਾਵਾਂਗੇ ਤੇ ਉਹ ਜ਼ਮੀਨ ਦੇ ਉੱਤੇ ਇੱਕ ਤਹਿ ਬਣ ਜਾਣੀ ਹੈ। ਤਹਿ ਜਦੋਂ ਤੇ ਲੱਕੀ ਸੀਡ ਡਰਿਲ ਅਗਰ ਵਰਤਾਂਗੇ ਉਹਦੇ 'ਚ ਕੋਈ ਮੁਸ਼ਕਲ ਨਹੀਂ ਸਾਨੂੰ ਆਏਗੀ, ਕਿਉਂਕਿ ਉਹ ਮਗਰ ਨਾਲ ਦੀ ਨਾਲ ਹੀ ਸਪਰੇਅ ਹੋ ਰਹੀ ਹੈ। ਜੇ ਸਪੋਜ਼ ਕਰੋ ਸਾਡੇ ਕੋਲ ਡਰਿਲ ਦੂਸਰੀ ਹੈ ਜਿਹਨੂੰ ਮੋਡੀਫਾਈ ਕਰਕੇ ਬਣਾਇਆ, ਜਿਸ ਦੇ ਨਾਲ ਸਪਰੇਅ ਦਾ ਪ੍ਰਬੰਧ ਨਹੀਂ ਹੈ ਸਾਡੇ ਕੋਲ, ਉਹਦੇ ਵਿੱਚ ਮੈਂ ਇੱਥੇ ਕਿਸਾਨ ਭਰਾਵਾਂ ਨੂੰ ਦੱਸਾਂਗਾ ਕਿ ਪੁੱਠੇ ਪੈਰੀਂ ਆਪਾਂ ਸਪਰੇਅ ਕਰਨੀ ਹੈ, ਕਿਉਂਕਿ ਜਿੱਥੇ ਸਪਰੇਅ ਹੋ ਜਾਂਦੀ ਹੈ ਉਹਦੇ ਉੱਤੇ ਅਸੀਂ ਪੈਰ ਨਹੀਂ ਰੱਖਣੇ। ਜਦੋਂ ਅਸੀਂ ਪੈਰ ਰੱਖ ਦਿੰਦੇ ਹਾਂ ਤੇ ਉੱਥੇ ਉਹ ਜਿਹੜੀ ਤਹਿ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਤੇ ਉੱਥੇ ਫਿਰ ਨਦੀਨ ਦੇ ਆ ਕੇ ਉੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਦਵਾਈ ਜਿਹੜੀ ਹੈ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਅਸੀਂ ਸਪਰੇਅ ਕਰ ਸਕਦੇ ਹਾਂ। ਬਹੁਤ ਵਧੀਆ ਜੀ ਚੀਮਾ ਸਾਹਿਬ, ਆਪ ਜੀ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ। ਕਿਸਾਨ ਵੀਰੋ, ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿ ਵੀ ਇਹ ਪੈਡੀਮੈਥਰਿਨ ਜਾਂ ਸਟੰਪ ਦਵਾਈ ਜਿਹੜੀ ਆ ਇਹ ਆਪਾਂ ਵਰਤੋਂ ਕਰਨੀ ਆ ਕੇ ਇਹਦੇ ਨਾਲ ਤਕਰੀਬਨ ਲਗਭਗ 80% ਦੇ ਲਾਗੇ ਨਦੀਨ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਨਦੀਨਾਂ ਦੀ ਪ੍ਰੋਬਲਮ ਜਿਹੜੀ ਘਟ ਜਾਂਦੀ। ਚੀਮਾ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਮੀਨ ਦੀ ਤਿਆਰੀ ਔਰ ਇਸ ਦਵਾਈ ਦੀ ਵਰਤੋਂ ਬਾਰੇ ਦੱਸ ਦਿੱਤਾ, ਲੇਕਿਨ ਇਸ ਤੋਂ ਬਾਅਦ ਵੀ ਕਿਸਾਨਾਂ ਦੇ ਕੁਝ ਟੌਂਕਰੇ ਨੇ, ਕੁਝ ਸਵਾਲ ਹੁੰਦੇ ਨੇ, ਉਹਨਾਂ ਬਾਰੇ ਵੀ ਜਿਹੜਾ ਤੁਹਾਡੇ ਨਾਲ ਡਿਟੇਲ ਵਿੱਚ ਗੱਲ ਕਰਨੀ ਆ। ਜਿਸ ਤਰ੍ਹਾਂ ਕਈ ਕਿਸਾਨ ਵੀਰ ਜਿਹੜੇ ਆ ਉਹ ਪੁੱਛਦੇ ਨੇ ਆ ਕੇ ਕਿ ਫਸਲ ਜਿਹੜੀ ਉਹ ਸਾਡੀ ਵਿਰਲੀ ਰਹਿ ਗਈ, ਉਹਦਾ ਕੀ ਕਾਰਨ ਹੈ, ਜਾਂ ਕਿਸਾਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕੇ ਹੁੰਦੇ ਨੇ, ਜਾਂ ਕਿ ਉਹ ਕਿਹੜੇ ਕਾਰਨ ਕਰਕੇ ਉਹ ਮਤਲਬ ਕਿ ਹੁੰਦੀ ਹੈ ਵਿਰਲੀ ਜਾਂ ਨਹੀਂ ਹੁੰਦੀ? ਪਹਿਲੀ ਤੇ ਗੱਲ ਹੈ ਜੀ, ਵਿਰਲੀ ਰਹਿੰਦੀ ਨਹੀਂ। ਉਹ ਕਿਉਂ ਨਹੀਂ ਰਹਿੰਦੀ ਮੈਂ ਦੱਸਾਂਗਾ ਹੁਣ ਤੁਹਾਨੂੰ। ਕਿਉਂਕਿ ਆਮ ਤੌਰ ਤੇ ਜਿਹੜੀ ਪੁਰਾਣੀ ਵਿਧੀ ਸਾਡੀ ਹੈ, ਜਿਹੜੀ ਅਸੀਂ ਕੱਦੂ ਕਰਕੇ ਲਾਉਂਦੇ ਆ, ਪਹਿਲਾਂ ਅਸੀਂ ਪਨੀਰੀ ਲਾਉਂਦੇ ਆ। ਪਨੀਰੀ ਜਿਹੜੀ ਹੈ 25 ਤੋਂ 30 ਦਿਨ ਦੀ ਪਨੀਰੀ ਅਸੀਂ ਸਾਡੇ ਪਨੀਰੀ ਤਿਆਰ ਕਰਦੇ ਹਾਂ।
ਫਿਰ ਜਾ ਕੇ ਅਸੀਂ ਆਪਣੇ ਖੇਤ ਦੇ ਵਿੱਚ ਲਾਉਂਦੇ ਆ। ਉਹ ਜਿਹੜੇ 30 ਦਿਨ ਹੁੰਦੇ ਆ ਉਸ ਤੋਂ ਬਾਅਦ ਕਿਸਾਨ ਸੋਚਦਾ ਵੀ ਹੁਣ ਮੇਰਾ ਬੂਟਾ ਜਿਹੜਾ ਉਹ ਤਿਆਰ ਹੋਣਾ ਸ਼ੁਰੂ ਹੋਇਆ। ਲੇਕਿਨ ਜਦੋਂ ਸਿੱਧੀ ਬਿਜਾਈ ਇੱਕ ਕਿਸਾਨ ਦੀ ਇੱਕ ਮਾਨਸਿਕਤਾ ਤੌਰ ਤੇ ਉਸ ਦਾ ਜੁੜਿਆ ਹੋਇਆ ਇਹ ਹੈ ਕਿ ਮੈਂ ਖੇਤ ਦੇ ਵਿੱਚ ਫਸਲ ਲਾ ਦਿੱਤੀ ਹੈ ਤੇ ਉਹ ਉਸੇ ਵੇਲੇ ਹੀ ਵਧਣੀ ਸ਼ੁਰੂ ਹੋ ਜਾਏ, ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿਸਾਨ ਵੀਰੋ। ਜਿਵੇਂ ਤੁਹਾਡੀ ਪਨੀਰੀ ਨੂੰ 30 ਦਿਨ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਇੱਕ ਇਕੱਲਾ ਦਾ ਇਕੱਲਾ ਬੂਟਾ ਰਹਿੰਦਾ, ਉਸ ਵੇਲੇ ਕੋਈ ਬੂਝਾ ਨਹੀਂ ਮਾਰਦਾ। ਉਹ ਇਹੋ ਹੀ ਆਪਾਂ ਮਨ ਦੇ ਵਿੱਚ ਸੋਚਣਾ। ਜਦੋਂ ਅਸੀਂ ਇੱਕ ਮੈਂ ਹੋਰ ਤੁਹਾਨੂੰ ਮੈਂ ਇੱਥੇ ਦੱਸ ਦੇਵਾਂ, ਕਿਸਾਨ ਵੀਰ ਜਿਹੜਾ ਇੱਕ ਪਨੀਰੀ ਦੇ ਨਾਲ ਝੋਨਾ ਲਾਉਂਦੇ ਨੇ, ਉਹ ਮੈਂ ਕਈ ਵਾਰੀ ਦੇਖਿਆ ਕਿ 4 ਕਿਲੋ ਬੀਜ 1 ਏਕੜ ਦੇ ਲਈ ਉਹ ਬਹੁਤ ਪੂਰਾ ਸਮਝਦੇ ਨੇ, ਜਦੋਂ ਕਿ ਯੂਨੀਵਰਸਿਟੀ ਵੱਲੋਂ ਜਾਂ ਸਾਡੇ ਮਹਿਕਮੇ ਵੱਲੋਂ ਅਸੀਂ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਿਫਾਰਿਸ਼ ਕਰਦੇ ਹਾਂ। ਉਹ ਕਿਉਂ? ਕਿਉਂਕਿ 33 ਬੂਟੇ 1 ਸਕੁਅਰ ਮੀਟਰ ਦੇ ਵਿੱਚ ਹੋਣੇ ਚਾਹੀਦੇ ਨੇ, ਜਦੋਂ ਕਿ ਅਸੀਂ 4 ਕਿਲੋ ਬੀਜ ਦੇ ਨਾਲ ਬੀਜਾਂਗੇ ਤੇ ਉਹ ਵੱਧ ਤੋਂ ਵੱਧ 20 ਬੂਟੇ ਹੁੰਦੇ ਨੇ, ਕਈ ਵਾਰ ਤਾਂ 15 ਬੂਟੇ ਹੀ 1 ਸਕੁਅਰ ਮੀਟਰ ਦੇ ਵਿੱਚ ਲੱਗਦੇ ਨੇ। ਮੈਂ ਤੇ ਕਿਸਾਨ ਵੀਰਾਂ ਨੂੰ ਦੱਸਾਂਗਾ ਕਿ ਸਿੱਧੀ ਬਿਜਾਈ ਦੇ ਨਾਲ ਵਿਰਲੀ ਨਹੀਂ ਸਗੋਂ ਫਸਲ ਵਧੀਆ। ਸ਼ੁਰੂ ਦੇ ਵਿੱਚ ਤੁਹਾਨੂੰ ਜ਼ਰੂਰ ਵਿਰਲੀ ਲੱਗਦੀ ਹੈ, ਉਹਦੇ ਪਿੱਛੇ ਕਾਰਨ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਸ ਫਸਲ ਨੇ 35-40 ਦਿਨ ਬਾਅਦ, ਜਿਵੇਂ ਆਪਾਂ ਪਨੀਰੀ ਤੋਂ ਬਾਅਦ ਲਾਉਂਦੇ ਹਾਂ ਉਦੋਂ ਵੀ ਉਹਨੇ ਬੂਟਾ ਮਾਰਨਾ ਸ਼ੁਰੂ ਕਰਨਾ ਹੈ। ਉਹ 75-80 ਦਿਨ ਦੇ ਵਿੱਚ ਆ ਕੇ ਬੂਟਾ ਪੂਰਾ ਮਾਰਦੀ ਪਨੀਰੀ ਵਾਲਾ। ਲੇਕਿਨ ਜਿਹੜੀ ਸਿੱਧੀ ਬਿਜਾਈ ਦੇ ਵਿੱਚ ਆਪਾਂ ਬੀਜਦੇ ਹਾਂ ਉਹ 60 ਤੋਂ 65 ਦਿਨ ਬਾਅਦ ਤੁਸੀਂ ਦੇਖੋਗੇ ਉਹਦਾ ਫਰਕ, ਕਿ ਉਹ ਕਾਫੀ ਬੂਟਾ ਉਸਨੇ ਆਪਣਾ ਬੂਝਾ ਮਾਰ ਲਿਆ ਹੁੰਦਾ ਹੈ। ਸ਼ੁਰੂ ਦੇ ਵਿੱਚ ਜ਼ਰੂਰ ਤੁਹਾਨੂੰ ਵਿਰਲੀ ਲੱਗਣੀ, ਲੇਕਿਨ ਵਿਰਲੀ ਅਸਲ ਦੇ ਵਿੱਚ ਉਹ ਨਹੀਂ ਹੁੰਦੀ। ਸੋ ਕਿਸਾਨ ਵੀਰੋ, ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ, ਆਪ ਨੂੰ ਸਭ ਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਕਦੀ ਵੀ ਜਿਹੜੀ ਸਿੱਧੀ ਬਿਜਾਈ ਕੀਤੀ ਆ ਉਹ ਵਿਰਲੀ ਨਹੀਂ ਰਹੇਗੀ। ਇਹਦਾ ਕਾਰਨ ਇਹਨਾਂ ਦੱਸਿਆ ਕਿ 21 ਦਿਨਾਂ ਤੱਕ ਜਦੋਂ ਆਪਾਂ ਪਾਣੀ ਨਹੀਂ ਲਾਉਂਦੇ ਤੇ ਬੂਟੇ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਥੱਲੇ ਵੱਲ ਨੂੰ ਵਧਣ ਲਈ ਜ਼ੋਰ ਲਾ ਰਹੀਆਂ, ਇਸ ਕਰਕੇ ਪੱਤੇ ਉੱਪਰ ਨਹੀਂ ਆਉਂਦੇ। ਉਹ ਭਾਵੇਂ ਕਿਸ ਤਰ੍ਹਾਂ ਦਾ ਵੀ ਖੇਤ ਲੱਗਦਾ ਵਾ, ਉਹ ਕਿਸਾਨ ਵੀਰੋ ਡਰਨ ਦੀ ਲੋੜ ਨਹੀਂ। ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਉਸ ਤੋਂ ਅੱਗੇ ਚੀਮਾ ਸਾਹਿਬ ਕਿਸਾਨਾਂ ਦੇ ਹੋਰ ਵੀ ਤੌਖਲੇ ਨੇ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਮਤਲਬ ਵਿਰਲੀ ਰਹਿ ਜਾਂਦੀ ਹੈ, ਕਿ ਕਿਸਾਨਾਂ ਦਾ ਤੌਖਲਾ ਇਹ ਵੀ ਆ ਉਹਨਾਂ ਦਾ ਕਿ ਸਾਡੀ ਜਿਹੜੀ ਆ ਸਿੱਧੀ ਬਿਜਾਈ ਵਾਲੀ ਆ ਉਹ ਬੂਝਾ ਨਹੀਂ ਮਾਰਦਾ ਫਸਲ। ਉਹਦਾ ਕੀ ਕਾਰਨ ਹੋ ਸਕਦਾ ਕਿ ਕਿਸਾਨਾਂ ਨੂੰ ਉਹਦੇ ਵਿੱਚ ਇਹ ਦੱਸੋ ਵੀ ਇਹ ਬੂਝਾ ਮਾਰਦੀ ਕਿ ਨਹੀਂ, ਕਿਸ ਤਰ੍ਹਾਂ? ਨਹੀਂ, ਬੂਝਾ ਤੇ ਜੀ ਜਦੋਂ ਹੁਣ ਤੁਸੀਂ ਆਪਾਂ ਅਲੱਗ-ਅਲੱਗ ਕੈਂਪਾਂ ਦੇ ਵਿੱਚ ਜਿਵੇਂ ਜਾ ਰਹੇ ਹਾਂ, ਉਹਦੇ ਵਿੱਚ ਦੇਖ ਰਹੇ ਹਾਂ ਕਿ ਕਿਸਾਨ ਜਿਨ੍ਹਾਂ ਨੇ ਪਹਿਲਾਂ ਇਹ ਸ਼ੁਰੂ ਕੀਤੀ ਹੈ ਵਿਧੀ ਸਿੱਧੀ ਬਿਜਾਈ, ਉਹ ਦੱਸ ਰਹੇ ਆ ਸਾਨੂੰ। ਕੱਲ ਇੱਕ ਕੈਂਪ ਦੇ ਵਿੱਚ ਅਸੀਂ ਗਏ ਸੀ ਤੇ 31 ਕੁਇੰਟਲ ਦਾ ਝਾੜ ਇੱਕ ਕਿਸਾਨ ਵੱਲੋਂ ਦੱਸਿਆ ਗਿਆ ਸੀਗਾ, ਜਿਹੜਾ ਸਿੱਧੀ ਬਿਜਾਈ ਦੇ ਨਾਲ ਬੀਜਿਆ। ਇਹੋ ਜੀ ਕੋਈ ਗੱਲ ਨਹੀਂ, ਬੂਝਾ ਮਾਰਨ ਦੀ ਉਹੀ ਗੱਲ ਹੈ ਮੈਂ ਤੁਹਾਨੂੰ ਦੱਸਿਆ, ਜਿਹੜੀ ਸਾਡੇ ਮਨ ਦੇ ਵਿੱਚ ਬੈਠੀ ਗੱਲ ਹੈ। ਇੱਕ ਪਾਸੇ ਉਹ ਪਨੀਰੀ ਤਿਆਰ ਕਰਾ ਕੇ 30-35 ਦਿਨ ਦੀ ਫੇਰ ਖੇਤ ਦੇ ਚਲਾਉਂਦੇ ਆ, ਇੱਕ ਪਾਸੇ ਅਸੀਂ ਸਿੱਧਾ ਪਹਿਲੇ ਦਿਨ ਤੋਂ ਲਾ ਕੇ ਉਸ ਦੇ ਦੁਆਲੇ ਦੇਖਦੇ ਹਾਂ ਵੀ ਇਹ ਬੂਝਾ ਨਹੀਂ ਮਾਰਿਆ। ਜਦੋਂ ਕਿ ਮੈਂ ਤੁਹਾਨੂੰ ਦਿਨਾਂ ਬਾਰੇ ਪਹਿਲਾਂ ਹੀ ਦੱਸ ਚੁੱਕਾ ਕਿ ਉਹ ਜਦੋਂ 45 ਦਿਨ ਤੋਂ ਬਾਅਦ ਤੁਸੀਂ ਦੇਖੋਗੇ ਫਰਕ ਬਹੁਤ ਵਧੀਆ ਦਿਖੇਗਾ ਤੁਹਾਨੂੰ। ਇਸ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਜਦੋਂ ਅਸੀਂ ਪਨੀਰੀ ਰਾਹੀਂ ਝੋਨੇ ਦੀ ਬਿਜਾਈ ਕਰਦੇ ਹਾਂ ਤੇ ਉਸ ਵੇਲੇ ਜਦੋਂ ਪਨੀਰੀ ਪੁੱਟ ਕੇ ਲਾਉਂਦੇ ਹਾਂ ਤੇ ਕੁਛ ਦਿਨਾਂ ਦੇ ਲਈ ਰੁਕਾਵਟ ਆ ਜਾਂਦੀ ਹੈ। ਕੁਛ ਦਿਨ ਦੇ ਲਈ ਪਨੀਰੀ ਬੂਟਾ ਤੁਰਨ ਲੱਗਿਆ ਰੁਕਦਾ ਹੈ, ਜਿਹੜੀ ਕਿ ਸਿੱਧੀ ਬਿਜਾਈ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪੈਂਦੀ ਔਰ ਦੂਸਰੀ ਬਿਜਾਈ ਦੇ ਨਾਲੋਂ ਤਕਰੀਬਨ 1 ਹਫ਼ਤਾ ਇਹ ਪਹਿਲਾਂ ਵੀ ਪੱਕਦੀ ਹੈ। ਚੀਮਾ ਸਾਹਿਬ ਬਹੁਤ ਵਧੀਆ ਤੁਸੀਂ ਦੱਸਿਆ। ਕਿਸਾਨਾਂ ਨੂੰ ਇਸ ਚੀਜ਼ ਦਾ ਤੌਖਲਾ ਨਹੀਂ ਕਰਨਾ ਚਾਹੀਦਾ ਕਿ ਸਾਡੀ ਜਿਹੜੀ ਆ ਫਸਲ ਬੂਝਾ ਨਹੀਂ ਮਾਰਦੀ, ਕਿਉਂਕਿ ਉਹਦੇ ਵਾਸਤੇ ਉਹਨੂੰ ਜਿਹੜਾ 30-35 ਦਿਨ ਦੀ ਵੇਟ ਕਰਨੀ ਪੈਣੀ। ਜਦੋਂ ਆਪਾਂ 21 ਦਿਨਾਂ ਬਾਅਦ ਪਾਣੀ ਲਾ ਦਾਂਗੇ ਤੇ ਤੁਹਾਡੇ ਕਹਿਣ ਦਾ ਮਤਲਬ ਕਿ ਉਸ ਤੋਂ ਬਾਅਦ ਜਿਹੜਾ ਬੂਝਾ ਬਿਲਕੁਲ ਜਿਹੜਾ ਉਹ ਮਾਰ ਲੇਗਾ ਔਰ ਕਿਸਾਨ ਵੀਰਾਂ ਨੂੰ ਡਰਨ ਦੀ ਲੋੜ ਨਹੀਂ। ਬਿਲਕੁਲ ਡਰਨ ਦੀ ਲੋੜ। ਇਸ ਤੋਂ ਬਾਅਦ ਆਪਣੇ ਚੀਮਾ ਸਾਹਿਬ ਜਿਹੜੇ ਕਿਸਾਨ ਵੀਰਾਂ ਦਾ ਇੱਕ ਹੋਰ ਤੌਖਲਾ ਆ ਜਾਂਦਾ ਕਿ ਸਾਡੀ ਫਸਲ ਜਿਹੜੀ ਸਿੱਧੀ ਬਿਜਾਈ ਕਰਦੇ ਆ ਉਹ ਕੱਦੂ ਕਰਕੇ ਝੋਨੇ ਨਾਲ ਜਿਹੜੀ ਆ ਉਹ ਪੀਲੀ ਲੱਗਣ ਲੱਗ ਪੈਂਦੀ ਆ, ਉਹਦਾ ਕੀ ਕਾਰਨ ਹੋ ਸਕਦਾ? ਹਾਂਜੀ, ਪੀਲੀ ਕਾਰਨ ਦਾ ਜਿਹੜਾ ਜੀ ਮੁੱਖ ਤੌਰ ਤੇ ਕਾਰਨ ਇਹ ਹੁੰਦਾ ਕਿ ਜਦੋਂ ਪਾਣੀ ਆਪਾਂ ਘੱਟ ਲਾਵਾਂਗੇ ਉਸ ਦੇ ਵਿੱਚ ਇੱਕ ਚੀਜ਼ ਸੁਭਾਵਿਕ ਹੈ ਕਿ ਹੋ ਸਕਦਾ ਹੈ ਕੁਝ ਹਲਕੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਆਪਾਂ ਸਿੱਧੀ ਬਿਜਾਈ ਕਰਾਂਗੇ ਜਾਂ ਈਵਨ ਕੱਦੂ ਨਾਲ ਵੀ ਕੀਤੀ ਹੁੰਦੀ ਹਲਕੀਆਂ ਜ਼ਮੀਨਾਂ ਦੇ ਵਿੱਚ, ਉਹਨਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਣਕ ਫਸਲ ਥੋੜ੍ਹੀ ਜਿਹੀ ਸਾਨੂੰ ਪੀਲੇਪਨ ਦੇ ਵਿੱਚ ਨਜ਼ਰ ਆਉਂਦੀ ਹੈ। ਉਹਦੇ ਪਿੱਛੇ ਮੁੱਖ ਕਾਰਨ ਹੁੰਦਾ ਹੈ ਲੋਹੇ ਦੀ ਘਾਟ। ਲੋਹੇ ਦੀ ਘਾਟ ਜਿਹੜੀ ਹੈ, ਲੋਹਾ ਤੱਤ ਹੈ, ਉਸ ਨੂੰ ਅਸੀਂ ਬੂਟੇ ਨੂੰ ਪੂਰਾ ਦੇਣਾ। ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਇੱਥੇ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਸਿਰਫ 1 ਕਿਲੋ ਫੈਰਸ ਸਲਫੇਟ ਲੈਣਾ ਅਸੀਂ ਮਾਰਕੀਟ ਦੇ ਵਿੱਚੋਂ ਤੇ 100 ਲੀਟਰ ਪਾਣੀ ਔਰ ਉਸ ਦਾ ਘੋਲ ਬਣਾ ਕੇ ਤੇ ਛਿੜਕਾਅ ਕਰ ਦੇਣਾ। ਇਹ ਬਿਲਕੁਲ ਉਹ ਜਿਹੜਾ ਲੋਹੇ ਦੀ ਘਾਟ ਹੈ ਜਿਹੜੀ ਉਹ ਠੀਕ ਹੋ ਜਾਏਗੀ। ਇੱਕ ਕਿਸਾਨ ਵੀਰਾਂ ਨੂੰ ਮੈਂ ਹੋਰ ਇੱਥੇ ਦੱਸਣਾ ਚਾਹਾਂਗਾ, ਜਿਨ੍ਹਾਂ ਨੇ DAP ਖਾਦ ਜਦੋਂ ਅਸੀਂ ਕਣਕ ਦੀ ਫਸਲ ਨੂੰ ਪੂਰੀ ਪਾਈ ਆ, ਕਈ ਵਾਰੀ ਲੋਕਾਂ ਦੇ ਵਿੱਚ ਇਹ ਵੀ ਇੱਕ ਸਵਾਲ ਬਣ ਜਾਂਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਉਹਨੂੰ ਖਾਦ ਜ਼ਿਆਦਾ ਪਾਉਣੀ ਪਏਗੀ। ਬਿਲਕੁਲ ਇਹੋ ਜਿਹਾ ਕੋਈ ਸਵਾਲ ਨਹੀਂ ਬਣਦਾ।
ਬਿਲਕੁਲ ਇਹੋ ਜਿਹੀ ਕੋਈ ਗਲਤੀ ਨਹੀਂ ਆਪਾਂ ਕਰਨੀ। DAP ਖਾਦ ਦੀ ਨਹੀਂ ਵਰਤੋਂ ਕਰਨੀ। ਲੋੜ ਤੋਂ ਜ਼ਿਆਦਾ ਖਾਦਾਂ ਜਦੋਂ ਅਸੀਂ DAP ਵਰਗੀਆਂ ਵਰਤਾਂਗੇ, ਇੱਕ ਹੋਰ ਇਸ ਦੇ ਵਿੱਚ ਘਾਟ ਤੱਤ ਦੀ ਆਉਂਦੀ, ਉਹ ਜ਼ਿੰਕ ਦੀ। ਉਹ ਕਿਉਂਕਿ ਬੜੇ ਜੰਗਾਲੇ ਜਿਹੇ ਪੱਤਿਆਂ ਵਾਲਾ ਤੁਸੀਂ ਦੇਖਿਆ ਹੋਊਗਾ ਕਿਸਾਨ ਵੀਰੋ, ਪੱਤੇ ਜੇ ਜੰਗਾਲੇ ਜੇ ਜਾਂਦੇ ਆ, ਉਸ ਵੇਲੇ ਉਹ ਜ਼ਿੰਕ ਦੀ ਘਾਟ ਹੈ। ਔਰ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਿਨ੍ਹਾਂ ਵੀ ਕਿਸਾਨਾਂ ਨੇ DAP ਆਪਣੇ ਝੋਨੇ ਦੇ ਵਿੱਚ ਵਰਤੀ ਹੁੰਦੀ ਹੈ, ਚਾਹੇ ਉਹ ਕੱਦੂ ਦੇ ਵਿੱਚ ਹੈ, ਚਾਹੇ ਕਿਸੇ ਵੀ ਕਿਸਮ ਦੇ ਵਿੱਚ ਆ, ਔਰ ਉਹਨਾਂ ਦੇ ਵਿੱਚ ਜ਼ਿੰਕ ਦੀ ਘਾਟ ਆਉਣੀ ਹੈ, ਕਿਉਂਕਿ ਪੈਲੀ ਦੇ ਵਿੱਚ ਡਾਇਆ ਜਿਹੜੀ ਹੈ ਉਸਨੇ ਜ਼ਿੰਕ ਨੂੰ ਬਾਉਂਡ ਕਰ ਲੈਣਾ, ਬੰਨ੍ਹ ਕੇ ਰੱਖ ਲੈਣਾ, ਜਿਹੜਾ ਬੂਟੇ ਨੂੰ ਉਪਲਬਧ ਨਹੀਂ ਹੁੰਦੀ। ਇਸ ਕਰਕੇ ਡਾਇਆ ਨਹੀਂ ਵਰਤਣੀ। ਔਰ ਜੇ ਤੁਹਾਨੂੰ ਪੀਲਾਪਣ ਲੱਗ ਰਿਹਾ, ਅਸੀਂ ਬੜਾ ਸ਼ਡਿਊਲ ਬਣਾ ਕੇ ਸਰਲ ਜਿਹਾ ਦਿੱਤਾ ਕਿ ਖਾਦ ਦੇ ਜਿਹੜੇ ਆ 3 ਬੋਰੇ ਜਿਹੜੇ ਯੂਰੀਆ ਦੇ ਪਾਉਣੇ ਆ, ਅਲੱਗ-ਅਲੱਗ ਸਮਿਆਂ ਤੇ ਅਸੀਂ ਦਿੱਤਾ। 4 ਹਫ਼ਤੇ ਬਾਅਦ ਬਿਜਾਈ ਤੋਂ, 6 ਹਫ਼ਤੇ ਤੋਂ ਬਾਅਦ ਦੂਸਰਾ ਬੋਰਾ, ਤੇ 9 ਹਫ਼ਤਿਆਂ ਬਾਅਦ ਤੀਸਰਾ ਬੋਰਾ। ਇਹ ਸਿਰਫ ਤੇ ਸਿਰਫ ਇਹੋ ਹੀ ਆਪਾਂ ਕਰਨਾ। ਇੱਕ ਹੋਰ ਮੈਂ ਕਿਸਾਨ ਵੀਰਾਂ ਨੂੰ ਇੱਥੇ ਦੱਸ ਦੇਵਾਂਗਾ ਕਿ ਮਿੱਟੀ ਪਰਖ ਜ਼ਰੂਰ ਕਰਵਾਉਣ। ਬੇਲੋੜੀਆਂ ਖਾਦਾਂ ਜਿਹੜੀਆਂ ਉਹਨਾਂ ਵੱਲ ਨਾ ਜਾਣ। ਸਾਡੇ ਕੋਲ ਮਿੱਟੀ ਪਰਖ ਦੇ ਵੀ ਪ੍ਰਬੰਧ ਹੈਗੇ। ਕਿਸਾਨ ਵੀਰਾਂ ਨੂੰ ਮੈਂ ਕਹੂੰਗਾ ਕਿ ਜ਼ਰੂਰ ਕਰਾਉਣ ਤੇ ਮਿੱਟੀ ਪਰਖ ਦੇ ਅਨੁਸਾਰ ਹੀ ਆਪਣੇ ਖੇਤਾਂ ਦੇ ਵਿੱਚ ਖਾਦ ਪਾਉਣ। ਕਿਸਾਨ ਵੀਰੋ ਦੇਖੋ, ਚੀਮਾ ਸਾਹਿਬ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਆ ਕਿ ਝੋਨੇ ਦੀ ਫਸਲ ਵਿੱਚ ਜਾਂ ਸਿੱਧੀ ਬਿਜਾਈ ਦੇ ਵਿੱਚ ਜਿਹੜਾ DAP ਦੀ ਬਿਲਕੁਲ ਵਰਤੋਂ ਨਹੀਂ ਕਰਨੀ। ਉਹਨਾਂ ਦੇ ਕਾਰਨ ਵੀ ਦੱਸੇ ਨੇ। ਸੋ ਸਾਨੂੰ ਇਹਨਾਂ ਤੇ ਅਮਲ ਕਰਕੇ ਜਿਹੜਾ ਵਾ ਉਹ DAP ਖਾਦ ਨਾ ਵਰਤ ਕੇ ਆਪਣਾ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਆ ਉਹਨੂੰ ਕਾਮਯਾਬ ਕਰਕੇ ਤੇ ਆਪਣਾ ਲਾਭ ਲੈਣਾ ਚਾਹੀਦਾ। ਇਸ ਤੋਂ ਅੱਗੇ ਚੀਮਾ ਸਾਹਿਬ ਹੋਰ ਵੀ ਕਿਸਾਨਾਂ ਦੇ ਕੈਂਪਾਂ ਦੇ ਵਿੱਚ ਕਈ ਵਾਰੀ ਉਹ ਸਵਾਲ ਪੁੱਛਦੇ ਨੇ ਆ ਕੇ ਕਿ ਆਪਾਂ 21 ਦਿਨਾਂ ਬਾਅਦ ਪਹਿਲਾਂ ਪਾਣੀ ਲਾ ਦਿੱਤਾ ਜੀ, ਉਸ ਤੋਂ ਬਾਅਦ ਫਿਰ ਆਪਾਂ ਕੀ ਉਹ ਸੋਚਦੇ ਕਿਸਾਨ ਵੀ 21 ਦਿਨਾਂ ਤੱਕ ਜਿਹੜਾ ਵਾ ਪਾਣੀ ਆਪਾਂ ਨਹੀਂ ਲਾਉਣਾ ਤੇ 21 ਦਿਨਾਂ ਬਾਅਦ ਲਾਤਾ ਤੇ ਉਸ ਤੋਂ ਬਾਅਦ ਪਾਣੀ ਆਪਾਂ ਖੜਾ ਕਰਨਾ। ਕਿ ਇਹ ਵੀ ਹੈ ਕਿ ਆਪਾਂ 21 ਦਿਨਾਂ ਬਾਅਦ ਉਹ 'ਚ ਪਾਣੀ ਖੜਾ ਕਰਨਾ ਕਿ ਜੇ ਨਹੀਂ ਕਰਨਾ? ਨਹੀਂ ਜੀ, ਬਿਲਕੁਲ ਨਹੀਂ ਖੜਾ ਕਰਨਾ। ਇਸ ਵਿਧੀ ਦਾ ਆਪਾਂ ਨਾਮ ਹੀ ਇਸ ਕਰਕੇ ਰੱਖਿਆ ਕਿਉਂਕਿ ਮਕਸਦ ਕੀ ਹੈ ਸਾਡਾ, ਪਾਣੀ ਬਚਾਉਣਾ। ਔਰ ਪਾਣੀ ਬਚਣਾ ਕਿਸ ਤਰ੍ਹਾਂ ਜੀ? ਪਾਣੀ ਬਚਣਾ ਇਸ ਕਰਕੇ ਵੀ ਜਦੋਂ ਅਸੀਂ ਕੱਦੂ ਨਹੀਂ ਕੀਤਾ ਤੇ ਉਹਦੇ ਨਾਲ ਅਸੀਂ ਜਦੋਂ ਵੀ ਬਾਅਦ 21 ਦਿਨ ਬਾਅਦ ਪਾਣੀ ਲਾਉਣਾ ਹੈ, ਪਾਣੀ ਬਿਲਕੁਲ ਖੜਾ ਨਹੀਂ ਕਰਨਾ। ਜਦੋਂ ਵੀ ਅਸੀਂ ਖੇਤ ਦੇ ਵਿੱਚ ਪਾਣੀ ਲਵਾਂਗੇ ਉਹ ਪਾਣੀ ਜੀਰ ਜਾਣਾ ਵਾ। ਜਦੋਂ ਪਾਣੀ ਜੀਰਨਾ, ਉਹ ਸਮਝੋ ਕਿ ਅਸੀਂ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਕੱਢ ਰਹੇ ਹਾਂ ਔਰ ਵਾਪਸ ਅਸੀਂ ਰੀਚਾਰਜ ਵੀ ਕਰ ਰਹੇ ਹਾਂ। ਇਹ 5 ਤੋਂ 7 ਦਿਨ ਬਾਅਦ ਆਪਾਂ ਵਕਫੇ ਦੇ ਪਾਣੀ ਲਾਉਂਦੇ ਰਹਿਣਾ ਵਾ। ਇੱਕ ਕਿਸਾਨ ਵੀਰਾਂ ਨੂੰ ਮੈਂ ਜ਼ਰੂਰ ਦੱਸੂਗਾ ਕਿ ਥੋੜਾ ਜਿਹਾ ਵਿਸ਼ਵਾਸ ਜ਼ਰੂਰ ਕਰਿਓ, ਸਾਡੇ ਤੇ ਵੀ ਕਰਿਓ, ਆਪਣੇ ਆਪ ਤੇ ਵੀ ਕਰਿਓ ਤੇ ਆਪਣੇ ਨੇੜਲੇ ਸਾਥੀਆਂ ਤੇ ਕਰਿਓ ਜਿਨ੍ਹਾਂ ਨੇ ਪਿਛਲੇ ਸਾਲ ਇਸ ਦੀ ਬਿਜਾਈ ਕੀਤੀ ਆ। ਥੋੜੇ ਜਿਹੇ ਪਹਿਲੇ 30-35 ਦਿਨ ਥੋੜਾ ਜਿਹਾ ਬਹੁਤ ਵੱਡੇ ਸਵਾਲ ਇਹ ਕਿਸਾਨਾਂ ਦੇ ਵਿੱਚੋਂ ਆਉਂਦੇ ਨੇ। ਹੌਸਲਾ ਜਿਹੜਾ ਥੋੜਾ ਜਿਹਾ ਉਦੋਂ ਡਾਵਾਂਡੋਲ ਹੁੰਦਾ, ਉਸ ਵੇਲੇ ਥੋੜਾ ਜਿਹਾ ਹੌਸਲਾ ਰੱਖਿਓ। ਜਿਨ੍ਹਾਂ ਲੋਕਾਂ ਨੇ ਇਹ ਫੈਸਲਾ ਲਿਆ ਕਿ ਮੈਂ ਇਸ ਵਾਰ ਦੇਖਣਾ ਮੈਂ ਬਣਦਾ ਕੀ ਹੈ, ਇੰਨੇ ਮਾਹਿਰ ਕਹਿ ਰਹੇ ਨੇ, ਔਰ ਉਹ ਡੈਫੀਨੇਟਲੀ ਅਗਲੀ ਵਾਰ ਰਿਜ਼ਲਟ ਉਹਨਾਂ ਨੂੰ ਵਧੀਆ ਮਿਲਦਾ ਹੈ। ਪਾਣੀ ਬਿਲਕੁਲ ਇਹਦੇ ਵਿੱਚ ਖੜਾ ਨਹੀਂ ਰੱਖਣਾ। 5 ਤੋਂ 7 ਦਿਨ ਦੇ ਬਾਅਦ ਵਕਫੇ ਬਾਅਦ ਅਸੀਂ ਪਾਣੀ ਲਾਉਣਾ ਹੈ। ਇਸ ਤੋਂ ਕਿ ਚੀਮਾ ਸਾਹਿਬ ਕਿਸਾਨਾਂ ਦਾ ਇਹ ਵੀ ਤੌਖਲਾ ਕਈ ਵਾਰੀ ਹੋ ਜਾਂਦਾ ਕਿ ਅਸੀਂ ਸਿੱਧੀ ਬਿਜਾਈ ਜਦੋਂ ਕਰਦੇ ਹਾਂ ਤੇ ਕੱਦੂ ਕੀਤੇ ਝੋਨੇ ਦੇ ਨਾਲੋਂ ਸਾਡਾ ਇਹ ਨਾ ਹੋਵੇ ਕਿ ਕਿਤੇ ਸਾਡਾ ਝਾੜ ਹੀ ਘਟ ਜੇ ਤੇ ਸਾਨੂੰ ਜਿਹੜਾ ਉਹ ਫਾਈਨੈਂਸ਼ੀਅਲੀ ਲਾਸ ਹੋਵੇ। ਇੱਦਾਂ ਦਾ ਵੀ ਕੋਈ ਹੈ? ਨਹੀਂ ਜੀ, ਬਿਲਕੁਲ। ਸਭ ਤੋਂ ਪਹਿਲੀ ਅਹਿਮ ਗੱਲ ਹੈ ਕਿ ਅਸੀਂ ਜਦੋਂ ਫਸਲ ਕੋਈ ਵੀ ਚੋਣ ਕਰਦੇ ਹਾਂ, ਲਾਉਂਦੇ ਹਾਂ, ਅਸੀਂ ਉਸ ਦੇ ਵਿੱਚੋਂ ਫਾਈਨੈਂਸ਼ੀਅਲ ਜਿਹੜਾ ਪੈਸਾ ਉਸ ਦੇ ਵਿੱਚੋਂ ਕਿੰਨਾ ਕਮਾਉਣਾ ਉਸ ਬਾਰੇ ਜ਼ਰੂਰ ਧਿਆਨ ਰੱਖਣਾ ਹੈ। ਔਰ ਇੰਨੇ ਮਾਹਿਰ ਯੂਨੀਵਰਸਿਟੀ ਦੇ ਵੱਲੋਂ ਔਰ ਪੰਜਾਬ ਸਰਕਾਰ ਨੇ ਇਹਨੇ ਵੱਡੇ ਲੈਵਲ ਤੇ ਫੈਸਲਾ ਲਿਆ ਔਰ ਉਹ ਇੱਕ ਚੇਟਕ ਲਾਉਣ ਦੇ ਲਈ ਇੱਕ ਵਿੱਤੀ ਸਹਾਇਤਾ ਵੀ ਦੇਖੋ ਵਿੱਚੋਂ ਦਿੱਤੀ ਗਈ ਹੈ। ਕਿਉਂਕਿ ਇਹ ਵਿੱਤੀ ਸਹਾਇਤਾ ਨੂੰ ਇਹ ਨਾ ਸਮਝ ਲਿਆ ਜਾਵੇ ਕਿ ਸ਼ਾਇਦ ਇਸ ਵਿਧੀ ਦੇ ਨਾਲ ਅਪਣਾਉਣ ਦੇ ਨਾਲ ਕੋਈ ਘਾਟਾ ਪੈਂਦਾ, ਕੋਈ ਘਾਟਾ ਨਹੀਂ ਪੈਂਦਾ। ਇਹ ਤਾਂ ਸਿਰਫ ਇੱਕ ਵਿੱਤੀ ਸਹਾਇਤਾ ਦਿੱਤੀ ਹੈ ਕਿ ਕਿਸਾਨਾਂ ਨੂੰ ਇੱਕ ਤਰ੍ਹਾਂ ਖਿੱਚਿਆ ਜਾਵੇ ਇਸ ਵਿਧੀ ਦੇ ਨਾਲ, ਤਾਂ ਜੋ ਕਿ ਅਗਰ ਕਿਸੇ ਦੇ ਮਨ ਦੇ ਵਿੱਚ ਕੁਝ ਆਉਂਦਾ ਕਿ ਮੈਨੂੰ ਸਪਰੇਅ ਜ਼ਿਆਦਾ ਕਰਨੀ ਪਈ, ਉਸ ਨੂੰ ਉਹ ਸਹਾਇਤਾ ਮਿਲ ਜਾਵੇ। ਕੋਈ ਝਾੜ ਨਹੀਂ ਘਟਦਾ। ਜਿੰਨਾ ਵੀ ਕਿਸਾਨਾਂ ਨੇ ਪਿਛਲੀ ਵਾਰ ਲਾਇਆ ਸਾਡੇ ਮਾਹਿਰਾਂ ਦੇ ਨਾਲ ਤਾਲਮੇਲ ਦੇ ਵਿੱਚ ਰਹੇ ਨੇ ਔਰ ਜਿੱਥੇ ਕੱਦੂ ਦੇ ਨਾਲ ਲਾਇਆ ਔਰ ਬਰਾਬਰ ਉਹਨਾਂ ਦਾ ਝਾੜ ਰਿਹਾ। ਅੱਜ ਵੀ ਅਸੀਂ ਇੱਕ ਕੈਂਪ ਦੇ ਵਿੱਚੋਂ ਹੋ ਕੇ ਆਏ ਹਾਂ, ਪਿੰਡ ਰੰਗੜ ਨਗਲ ਦੇ ਵਿੱਚ ਲੱਗਾ ਸੀਗਾ। ਉੱਥੇ ਵੀ ਕਿਸਾਨਾਂ ਨੇ ਅੱਜ ਸਾਨੂੰ ਦੱਸਿਆ ਕਿ ਮੈਂ ਪਿਛਲੀ ਵਾਰ ਕੱਦੂ ਦੇ ਨਾਲ ਵੀ ਲਾਇਆ ਸੀਗਾ ਤੇ ਸਿੱਧੀ ਬਿਜਾਈ ਦੇ ਨਾਲ ਵੀ ਲਾਇਆ ਸੀ। ਤਜਰਬੇ ਪਿਛਲੇ ਸਾਲ ਵੀ ਲੋਕਾਂ ਨੇ ਕਰ ਲਏ ਨੇ ਔਰ ਬਰਾਬਰ ਦਾ ਝਾੜ ਜਿਹੜਾ ਨਿਕਲਿਆ। ਅਗਰ ਸਪੋਜ਼ ਦੇਖੋ, ਪਹਿਲੀ ਗੱਲ ਹੈ ਕਿ ਕੱਦੂ ਕਰਨ ਦੇ ਨਾਲ ਪਹਿਲਾਂ ਤੇ ਅਸੀਂ ਪਾਣੀ ਦਾ ਕਿੰਨਾ ਵੇਸਟ ਕਰਾਂਗੇ। ਪਾਣੀ ਦੀ ਵੀ ਗੱਲ ਛੱਡ ਦਈਏ, ਜਿਹੜਾ ਕਈ ਵਾਰੀ ਆਪਾਂ ਨੂੰ ਅਜੇ ਸਮਝ ਨਹੀਂ ਆ ਰਹੀ, ਲੇਕਿਨ ਜਦੋਂ ਆਪਾਂ ਕੱਦੂ ਕਰਦੇ ਹਾਂ ਉਸ ਦੇ ਵਿੱਚ 2-2.5 ਹਜ਼ਾਰ ਰੁਪਏ ਦਾ ਸਾਡਾ ਖਰਚਾ ਤੇਲ ਦਾ ਵੱਧ ਹੋ ਰਿਹਾ। ਉਹ ਵੀ ਤੇ ਫਰਕ ਪੈਣਾ। ਫਿਰ ਅੱਜ ਲਵਾਈ ਦਾ ਰੇਟ ਕੀ ਹੈ, 3500 ਤੋਂ 4000 ਪ੍ਰਤੀ ਏਕੜ ਦੇ ਵਿੱਚ ਹੈ। ਉਹ ਦੇਖੋ, ਉਹ ਵੀ ਫਰਕ ਹੈ। ਜਿਹੜਾ 6-7 ਹਜ਼ਾਰ ਰੁਪਏ ਦਾ ਜਿਹੜਾ ਬੇਲੋੜਾ ਖਰਚਾ ਸੀ, ਉਹਦੇ ਅਸੀਂ ਪਹਿਲੇ ਦਿਨ ਹੀ ਜਦੋਂ ਫੈਸਲਾ ਕਰ ਲਿਆ ਕਿ ਅਸੀਂ ਸਿੱਧੀ ਬਿਜਾਈ ਲੈਣੀ, ਉਦੋਂ ਹੀ ਬਚਾ ਲਿਆ।
ਤੇ ਫਿਰ ਘਾਟਾ ਕਿੱਥੋਂ ਪੈ ਸਕਦਾ? ਬਿਲਕੁਲ ਕਿਸਾਨ ਵੀਰੋ, ਬਿਲਕੁਲ ਘਾਟਾ ਨਹੀਂ ਪੈ ਸਕਦਾ। ਬਹੁਤ ਵਧੀਆ ਚੀਮਾ ਸਾਹਿਬ ਆਪਣੇ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ। ਇਹਦੇ ਵਿੱਚ ਕਿਸਾਨਾਂ ਦੇ ਜਿਹੜੇ ਆ ਇੱਕ ਨਿੱਜੀ ਉਹਨਾਂ ਦਾ ਇਹ ਵੀ ਸਵਾਲ ਹੁੰਦਾ ਆ ਕੇ ਕਿ ਜਦੋਂ ਆਪਾਂ ਸਿੱਧੀ ਬਿਜਾਈ ਕਰ ਲੈਂਦੇ ਆ, ਆਉਣ ਵਾਲੀ ਜਿਹੜੀ ਨੈਕਸਟ ਫਸਲ ਆ ਜਾਂ ਜਿਹੜੀ ਆਪਾਂ ਉਸ ਤੋਂ ਬਾਅਦ ਇਹਦੀ ਕਣਕ ਦੀ ਬਿਜਾਈ ਕਰਨੀ ਆ, ਕੀ ਸਾਡੇ ਉਸ ਫਸਲ ਦੇ ਉੱਤੇ ਵੀ ਸਿੱਧੀ ਬਿਜਾਈ ਦਾ ਕੋਈ ਅਸਰ ਹੁੰਦਾ ਜਾਂ ਉਹਦਾ ਕੋਈ ਲਾਭ ਹੁੰਦਾ ਜੀ? ਦੇਖੋ ਜੀ, ਸਿੱਧੀ ਬਿਜਾਈ ਦਾ ਪਹਿਲਾ ਤੇ ਲਾਭ ਮੈਂ ਇਹ ਦੱਸਾਂਗਾ ਕਿ ਕੱਦੂ ਦੇ ਨਾਲ ਲਾਈ ਫਸਲ ਤੇ ਸਿੱਧੀ ਬਿਜਾਈ ਦੇ ਨਾਲ ਲਾਈ ਸਮੇਂ ਦਾ ਪਹਿਲਾ ਲਾਭ, ਕਿਉਂਕਿ ਉਸ ਵੇਲੇ ਕਿਸਾਨਾਂ ਦੇ ਵਿੱਚ ਕੀ ਹੁੰਦਾ ਕਿ ਮੇਰੀ ਕਣਕ ਬੜੇ ਸਮੇਂ ਸਿਰ ਬੀਜੀ ਜਾਵੇ, ਚੌਥੇ ਹਫਤੇ ਅਕਤੂਬਰ ਦੇ ਵਿੱਚ ਬੀਜੀ ਜਾਵੇ, ਔਰ ਉਹ ਸਭ ਤੋਂ ਅਰਲੀ ਹੁੰਦੀ ਹੈ, ਭਾਵੇਂ ਕਿ ਬਾਅਦ ਦੇ ਵਿੱਚ ਵੀ ਬੀਜੀ ਜਾ ਸਕਦੀ, ਲੇਕਿਨ ਕਿਸਾਨਾਂ ਦੇ ਵਿੱਚ ਖਿੱਚ ਹੁੰਦੀ ਆ। ਔਰ ਜਦੋਂ ਅਸੀਂ ਸਿੱਧੀ ਬਿਜਾਈ ਲਾਉਂਦੇ ਆ, ਇਹ ਤਕਰੀਬਨ ਡਾਕਟਰ ਸਾਹਿਬ 1 ਹਫਤਾ ਜਿਹੜਾ ਉਹ ਘੱਟ ਸਮਾਂ ਲੈਂਦੀ ਹੈ ਕੱਦੂ ਦੇ ਨਾਲੋਂ। ਪਹਿਲਾ ਤੇ ਇਹ ਫਾਇਦਾ ਜੀ। ਦੂਸਰਾ ਫਾਇਦਾ ਜਿਹੜਾ ਇਸ ਦੇ ਵਿੱਚ ਮੈਂ ਦੇਖਿਆ ਕਿ ਬੇਲੋੜਾ ਜਿਹੜਾ ਉਹ ਪਰਾਲੀ ਦਾ ਜਿਹੜਾ ਖਰਚਾ ਜਿਹੜਾ ਜੀ ਉਹ ਵੀ ਘੱਟ ਹੁੰਦਾ ਜੀ, ਜਿਹੜਾ ਉਸ ਨੂੰ ਸੰਭਾਲਣਾ ਅਸੀਂ ਬਾਅਦ ਦੇ ਵਿੱਚ ਉਹ ਵੀ ਨਹੀਂ। ਇੱਥੇ ਜੇ ਅੱਜ ਹੀ ਇੱਕ ਕਿਸਾਨ ਹੋਰ, ਕਿਉਂਕਿ ਸਾਨੂੰ ਤਾਂ ਪਤਾ, ਲੇਕਿਨ ਕਿਸਾਨ ਦੇ ਮੂੰਹ ਸੁਣਿਆ ਸੀ ਜਦੋਂ, ਤੇ ਬਹੁਤ ਚੰਗਾ ਲੱਗਾ ਸੀ। ਉਸ ਨੇ ਕਿਹਾ ਜੀ ਮੇਰਾ ਤਜਰਬਾ ਪਿਛਲੀ ਵਾਰ ਦਾ ਇਹ ਆ ਕਿ ਜਿਹੜੇ ਸਿੱਧੀ ਬਿਜਾਈ ਦੇ ਨਾਲ ਮੈਂ ਝੋਨਾ ਲਾਇਆ ਸੀ, ਉਸ ਦੇ ਦਾਣੇ ਬੜੇ ਨਿੱਗਰ ਸੀ, ਉਸ ਦੇ ਵਿੱਚ ਜਿਹੜੀ ਉਹ ਫੋਕੜ ਨਿਕਲਦਾ ਉਹ ਜਦੋਂ ਕਿ ਆਪਾਂ ਮੰਡੀ ਦੇ ਵਿੱਚ ਛਿਲਾਈ ਹੁੰਦੀ ਹੈ, ਛਿਨਾਈ ਦੇ ਦੌਰਾਨ ਬਹੁਤ ਘੱਟ ਨਿਕਲਿਆ ਸੀ। ਇੱਥੋਂ ਹੀ ਆਪਾਂ ਖੁਦ ਅੰਦਾਜ਼ਾ ਲਗਾ ਸਕਦੇ ਹਾਂ ਕਿ ਫਸਲ ਵਧੀਆ ਹੁੰਦੀ ਹੈ, ਨਿੱਗਰ ਦਾਣੇ ਹੁੰਦੇ ਆ। ਔਰ ਇੱਕ ਹੋਰ ਮੈਂ ਕਿਸਾਨ ਵੀਰਾਂ ਨੂੰ ਦੱਸਦਾ, ਜਦੋਂ ਅਸੀਂ ਬੇਲੋੜਾ ਪਾਣੀ ਉਹਦੇ ਵਿੱਚ ਖੜਾ ਕਰ ਰਹੇ ਹਾਂ, ਅਸੀਂ ਇੱਕ ਹਿਊਮਸ ਉੱਥੇ ਕ੍ਰੀਏਟ ਕਰ ਰਹੇ ਹਾਂ, ਔਰ ਉੱਥੇ ਇੱਕ ਫੰਗਸ ਜਿਹੜੀਆਂ ਉਹਨਾਂ ਦਾ ਵੀ ਹਮਲਾ ਜ਼ਿਆਦਾ ਆਉਂਦਾ ਹੈ, ਕਿਉਂਕਿ ਬਿਮਾਰੀਆਂ ਦਾ ਵੀ ਹਮਲਾ ਜਿਹੜਾ ਜਦੋਂ ਸਿੱਧੀ ਬਿਜਾਈ ਉਹਦੇ 'ਚ ਘੱਟ ਹੋਏਗਾ, ਸਦੋਂ ਕਿ ਸਾਡਾ ਖਰਚਾ ਘਟਦਾ ਹੈ ਸਿੱਧੀ ਬਿਜਾਈ ਦੇ ਨਾਲ, ਤੇ ਇਹ ਲਾਭਦਾਇਕ ਸੌਦਾ ਹੈ ਜੀ, ਸਾਨੂੰ ਸਾਰਿਆਂ ਨੂੰ ਅਪਣਾ ਲੈਣਾ ਚਾਹੀਦਾ। ਕਿਸਾਨ ਵੀਰ ਦੇਖੋ, ਕੈਂਪਾਂ ਦੇ ਵਿੱਚ ਆਪਾਂ ਨੂੰ ਮਿਲਦੇ ਰਹਿੰਦੇ ਨੇ, ਤੁਹਾਡੇ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਨੇ, ਲੇਕਿਨ ਉੱਥੇ ਵੀ ਕਿਸਾਨ ਵੀਰ ਜਿਹੜੇ ਉਹ ਦੱਸਦੇ ਨੇ ਆ ਕੇ ਵੀ ਜਿਹੜੀ ਅਸੀਂ ਸਿੱਧੀ ਬਿਜਾਈ ਕਰਦੇ ਆ, ਉਸ ਤੋਂ ਅੱਗੇ ਜੇਕਰ ਅਸੀਂ ਅਗਲੀ ਕਣਕ ਦੀ ਫਸਲ ਬੀਜਦੇ ਆ ਤੇ ਉਹਦਾ ਸਾਡਾ 1 ਕੁਆਂਟਲ ਤੋਂ ਲੈ ਕੇ 2 ਕੁਆਂਟਲ ਤੱਕ ਜਿਹੜਾ ਕਣਕ ਦਾ ਵੀ ਝਾੜ ਵਾ ਜਾਂਦਾ। ਇਸ ਲਈ ਕਿਸਾਨ ਵੀਰੋ ਦੇਖੋ, ਇੱਕ ਤੇ ਸਾਡਾ ਪਾਣੀ ਬਚਿਆ, ਲੇਬਰ ਬਚੀ, ਸਾਡੀ ਮਸ਼ੀਨਰੀ ਬਚ ਜਾਂਦੀ ਆ, ਔਰ ਅਗਲੀ ਫਸਲ ਦਾ ਜਿਹੜਾ ਝਾੜ ਆ ਉਹ ਕੁਆਂਟਲ ਤੋਂ 2 ਕੁਆਂਟਲ ਤੱਕ ਜਿਹੜਾ ਉਹ ਨਿਕਲ ਆਉਂਦਾ। ਤੇ ਇਸੇ ਵਿੱਚ ਕਿੰਨਾ ਮਤਲਬ ਕਿ ਫਾਇਦਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ 1500 ਰੁਪਈਆ ਆਪਾਂ ਨੂੰ ਸਾਰਿਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਅੱਗੇ ਕਿਸਾਨ ਵੀਰੋ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਂ ਕਿਸਾਨਾਂ ਵੱਲੋਂ ਜਿਹੜਾ ਵਾ ਇਹ ਵੀ ਮਤਲਬ ਕਿ ਇੱਕ ਸਵਾਲ ਪੁੱਛਿਆ ਜਾਂਦਾ ਆ ਕਿ ਵੀ ਸਿੱਧੀ ਬਿਜਾਈ ਜਦੋਂ ਆਪਾਂ ਕਰ ਲੈਂਦੇ ਆ, ਸਭ ਤੋਂ ਖਤਰਨਾਕ ਜਿਹੜੀ ਪੋਜੀਸ਼ਨ ਹੋ ਜਾਂਦੀ ਉਹ ਨਦੀਨਾਂ ਦੀ ਹੋ ਜਾਂਦੀ। ਉਹਦੇ ਵਿੱਚ ਨਦੀਨ ਜਿਹੜੇ ਨੇ ਉਹਨਾਂ ਦੇ ਕੰਟਰੋਲ ਕਰਨਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ। ਇਸ ਜਗ੍ਹਾ ਤੇ ਉੱਤੇ ਦੱਸਣਾ ਚਾਹੁੰਦੇ ਕਿ ਜਿਸ ਤਰ੍ਹਾਂ ਚੀਮਾ ਸਾਹਿਬ ਜੀ ਨੇ ਦੱਸਿਆ ਕਿ ਬਿਜਾਈ ਤੋਂ ਤੁਰੰਤ ਬਾਅਦ ਪੈਡੀ ਮੈਥਲਿਨ ਜਿਹੜੀ 1 ਲੀਟਰ ਕਰਕੇ ਸਪਰੇਅ ਤੇ ਆਪਾਂ ਨਦੀਨਾਂ ਦਾ 80% ਜਿਹੜਾ ਤੱਕ ਕੰਟਰੋਲ ਕਰ ਸਕਦੇ ਆ। ਲੇਕਿਨ ਕਿਸਾਨ ਵੀਰੋ, ਇਸ ਤੋਂ ਬਾਅਦ ਵੀ ਜਿਹੜਾ ਕੋਈ ਨਦੀਨ ਨੇ ਉਹ ਉਗਾਉਂਦੇ ਨੇ। ਜਿਸ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਨੇ ਇਹਨਾਂ ਦੀ ਕੀਤੀ ਹੈ ਰਿਸਰਚ, ਸਿੱਧੀ ਬਿਜਾਈ ਦੇ ਵਿੱਚ 10 ਤਰ੍ਹਾਂ ਦੇ ਜਿਹੜੇ ਉਹ ਨਦੀਨ ਆਪਣੇ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਸਵਾਂਕ ਆ, ਸਵਾਂਕੀ ਆ, ਚੀਨੀ ਘਾਹ ਆ, ਮਧਾਣਾ ਆ, ਇੱਕ ਆਪਣਾ ਤਾਂਦਲਾ ਵਾ, ਚਲਾਈ ਆ, ਚੌਪੱਤੀ ਆ, ਛਤਰੀ ਵਾਲਾ ਮੋਥਾ, ਗੰਢਾਂ ਵਾਲਾ ਮੋਥਾ। ਇਹ ਕਿਸਾਨ ਵੀਰੋ ਸਾਰੇ ਜਿਹੜੇ ਨੇ 10 ਤਰ੍ਹਾਂ ਦੇ ਨਦੀਨ ਸਾਡੇ ਸਿੱਧੀ ਬਿਜਾਈ ਦੇ ਵਿੱਚ ਸਾਨੂੰ ਪਰੇਸ਼ਾਨ ਕਰਦੇ ਨੇ। ਲੇਕਿਨ ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਨੇ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ 5 ਕਿਸਮ ਦੀ ਜਿਹੜੀ ਆ ਉਹ ਵੀਡੀਸਾਈਡ ਜਿਹੜੀ ਆ ਨਦੀਨਨਾਸ਼ਕ ਦਵਾਈ ਦੀ ਰਿਸਰਚ ਕਰਕੇ ਦਿੱਤੀ ਆ। ਉਹਨਾਂ ਦਵਾਈਆਂ ਦੀ ਵਰਤੋਂ ਕਰਕੇ ਅਸੀਂ ਇਹਨਾਂ ਨੂੰ ਵੀ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਆ। ਲੇਕਿਨ ਕਿਸਾਨ ਵੀਰੋ, ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਵੀ ਆਪਣੇ ਖੇਤ ਦੇ ਵਿੱਚ ਸਭ ਤੋਂ ਪਹਿਲਾਂ ਜਾ ਕੇ ਨਦੀਨ ਦੀ ਪਹਿਚਾਣ ਕੀਤੀ ਜਾਵੇ। ਜੇਕਰ ਨਦੀਨ ਦੀ ਪਹਿਚਾਣ ਕਰਾਂਗੇ, ਉਹ ਨਦੀਨ ਦੀ ਪਹਿਚਾਣ ਦੇ ਅਨੁਸਾਰ ਹੀ ਜਿਹੜੀ ਯੂਨੀਵਰਸਿਟੀ ਨੇ ਦਵਾਈ ਜਿਹੜੀ ਰਿਕਮੈਂਡ ਕੀਤੀ ਹੈ। ਜਿਸ ਤਰ੍ਹਾਂ ਸਵਾਂਕ, ਸਵਾਂਕੀ ਆ, ਮੋਥੇ ਨੇ, ਉਹਦੇ ਵਾਸਤੇ ਜੇਕਰ ਤੁਹਾਡੇ ਖੇਤ ਦੇ ਵਿੱਚ ਹੈਗੇ ਨੇ, ਉਹਦੇ ਵਾਸਤੇ ਨੋਮਨੀ ਗੋਲਡ ਦਵਾਈ 100 ml ਜਿਹੜੀ ਆਪਾਂ 150 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਸਪਰੇਅ ਕਰਨੀ ਆ। ਸਪਰੇਅ ਆਪਾਂ ਨਦੀਨ ਦੀ ਕਿਸ ਅਵਸਥਾ ਤੇ ਕਰਨੀ ਆ ਕਿਸਾਨ ਵੀ, ਉਹਦੇ 2 ਤੋਂ 4 ਪੱਤੇ ਜਦੋਂ ਹੁੰਦੇ ਆ ਉਸ ਵੇਲੇ ਉਹਦੀ ਸਪਰੇਅ ਕਰਨੀ ਆ। ਜੇਕਰ ਸਾਡਾ ਨਦੀਨ ਥੋੜਾ ਵੱਡਾ ਹੋ ਜਾਂਦਾ ਤੇ ਉਹਦੇ 'ਚ ਕੰਟਰੋਲ ਦੀ ਜਿਹੜੀ ਪਰਸੈਂਟੇਜ ਉਹ ਘਟ ਜਾਂਦੀ ਹੈ। ਇਸ ਕਰਕੇ ਨਦੀਨ ਦੀ ਜਿਹੜੀ ਆ ਉਹਦੀ ਪਹਿਚਾਣ ਤੇ ਉਹਦੀ ਅਵਸਥਾ ਜ਼ਰੂਰ ਰੱਖਣੀ। ਉਸ ਤੋਂ ਅੱਗੇ ਕਿਸਾਨ ਵੀਰੋ, ਕਈ ਕੈਂਪਾਂ ਦੇ ਵਿੱਚ ਤੁਸੀਂ ਪੁੱਛਦੇ ਹੋ ਕਿ ਮਧਾਣਾ ਘਾਹ ਜਿਹੜਾ ਵਾ, ਚੀਨੀ ਘਾਹ ਉਹ ਨਹੀਂ ਮਰਦਾ। ਉਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀ ਆ ਉਹ ਰਾਈਸ ਸਟਾਰ ਦਵਾਈ ਰਿਕਮੈਂਡ ਕੀਤੀ ਆ। ਉਹ 400 ml ਜਿਹੜੀ ਆ ਉਹ ਪ੍ਰਤੀ ਏਕੜ ਪੈਣੀ ਆ 150 ਲੀਟਰ ਪਾਣੀ ਦੇ ਵਿੱਚ ਘੋਲ ਕੇ। ਉਹ ਵੀ ਕਿਸਾਨ ਵੀਰੋ, ਜਦੋਂ ਨਦੀਨਾਂ ਦੀ ਅਵਸਥਾ 2 ਤੋਂ 4 ਪੱਤੇ ਆ, ਉਸ ਟਾਈਮ ਆਪਾਂ ਉਹਨਾਂ ਨੂੰ ਕਰ ਲੈਣੀ ਹੈ।
ਲੇਕਿਨ ਇੱਥੇ ਮੈਂ ਦੱਸ ਦਿਆਂ ਕਿ ਜਦੋਂ ਸਪਰੇਅ ਕਰਨੀ ਆ ਕੇ ਉਦੋਂ ਖੇਤ ਦੇ ਵਿੱਚ ਤੁਹਾਡੇ ਨਮੀ ਦੀ ਮਾਤਰਾ ਜਿਹੜੀ ਉਹ ਪੂਰੀ ਹੋਣੀ ਚਾਹੀਦੀ, ਤਾਂ ਹੀ ਇਸ ਦਵਾਈ ਨੇ ਜਿਹੜਾ ਉਹ ਅਸਰ ਕਰਨਾ। ਉਸ ਤੋਂ ਅੱਗੇ ਕਿਸਾਨ ਵੀਰੋ ਚੌੜੇ ਪੱਤਿਆਂ ਵਾਲੇ ਨੇ, ਫਿਰ ਮੋਥੇ ਨੇ, ਚੀਨੀ ਘਾਹ ਆ, ਘੋੜਾ ਘਾਹ ਆ ਜਾਂਦਾ, ਉਹਦੇ ਵਿੱਚ ਕਿਸਾਨ ਵੀਰੋ ਜਿਹੜਾ ਐਲਮੈਕਸ ਦਵਾਈ ਜਿਹੜੀ ਆ ਸਾਡੇ 8 ਗ੍ਰਾਮ ਪੈਣੀ ਆ, ਉਹ ਵੀ 150 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਸਪਰੇਅ ਕਰ ਸਕਦੇ ਜੇ। ਉਸ ਤੋਂ ਅੱਗੇ ਸਾਰੇ ਸਵਾਂਕ ਆ, ਸਵਾਂਕੀ ਆ, ਮੋਥਾ ਵਾ, ਚਪੱਤੇ ਆ ਜਾਂਦੇ ਆ, ਚੌੜੇ ਪੱਤੇ ਆ ਜਾਂਦੇ ਆ। ਉਹਦੇ ਵਾਸਤੇ ਕਿਸਾਨ ਵੀਰੋ ਇੱਕ ਯੂਨੀਵਰਸਿਟੀ ਨੇ ਵਵਾਇਆ ਦਵਾਈ ਰਿਕਮੈਂਡ ਕੀਤੀ ਜਿਹੜੀ ਕਿ 900 ml ਪ੍ਰਤੀ ਏਕੜ ਪੈਣੀ ਆ, ਉਹ ਵੀ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ 1 ਏਕੜ 'ਚ ਸਪਰੇਅ ਕਰ ਸਕਦੇ ਆ। ਲੇਕਿਨ ਜਦੋਂ ਇਹ ਦਵਾਈ ਪਾਉਣੀ ਆ, ਇਸ ਦੀ ਜਿਹੜੀ ਨਦੀਨ ਦੀ ਅਵਸਥਾ ਉਹ 1 ਤੋਂ 2 ਪੱਤੇ ਹੋਣੀ ਚਾਹੀਦੀ। ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਦਵਾਈਆਂ ਉਹਦੇ ਵਿੱਚ 2 ਤੋਂ 4 ਪੱਤੇ ਆ, ਲੇਕਿਨ ਜਦੋਂ ਇਹ ਵਵਾਇਆ ਵਰਤਦੇ ਆਪਾਂ ਜਾਂ ਇਹ ਨਦੀਨ ਜਦੋਂ ਹੋ ਜਾਂਦੇ ਨੇ ਉਹਨਾਂ ਵਾਸਤੇ 1 ਤੋਂ 2 ਪੱਤਿਆਂ ਦੀ ਅਵਸਥਾ ਦੇ ਉੱਤੇ ਸਪਰੇਅ ਕਰਾਂਗੇ ਤੇ ਬਿਲਕੁਲ 100% ਇਹਦਾ ਕੰਟਰੋਲ ਹੋ ਜਾਏਗਾ। ਉਸ ਤੋਂ ਅੱਗੇ ਕਿਸਾਨ ਵੀਰੋ ਯੂਨੀਵਰਸਿਟੀ ਨੇ ਇੱਕ ਬਹੁਤ ਹੀ ਬੜੀ ਵਧੀਆ ਦਵਾਈ ਕੌਂਸਲ ਐਕਟਿਵ ਜਿਹੜੀ ਉਹ ਆਜ਼ਾਦ ਕੀਤੀ ਆ। ਜੇ ਆਪਾਂ ਨੂੰ ਕਿਸੇ ਨਦੀਨ ਦੀ ਪਹਿਚਾਣ ਜਾਂ ਨਹੀਂ ਪਤਾ ਲੱਗਦਾ ਆ ਕੇ ਤੇ ਉਹਦੇ ਵਿੱਚ ਕਿਸਾਨ ਵੀਰੋ ਕੌਂਸਲ ਐਕਟਿਵ ਜਿਹੜੀ ਹੈ 90 ml ਜਿਹੜੀ ਹੈ ਤੁਸੀਂ ਦਵਾਈ ਆ ਉਹ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਜੇ। ਸੋ ਕਿਸਾਨ ਵੀਰੋ ਇਸ ਤਰ੍ਹਾਂ ਯੂਨੀਵਰਸਿਟੀ ਨੇ ਜੋ ਆਪਣਾ ਸਿਫਾਰਿਸ਼ਾਂ ਕੀਤੀਆਂ, ਇਹ 10 ਤਰ੍ਹਾਂ ਦੇ ਨਦੀਨ, ਇਹ 5 ਕਿਸਮ ਦੀਆਂ ਜਿਹੜੀਆਂ ਨਦੀਨਨਾਸ਼ਕ ਦਵਾਈਆਂ ਨੇ, ਇਹਨਾਂ ਨਾਲ ਕੰਟਰੋਲ ਕਰ ਸਕਦੇ ਆ। ਬਿਲਕੁਲ ਸਿੱਧੀ ਬਿਜਾਈ ਦੇ ਵਿੱਚ ਡਰਨ ਦੀ ਲੋੜ ਨਹੀਂ, ਹਰ ਕਿਸਮ ਦਾ ਜਿਹੜਾ ਨਦੀਨ ਆ ਉਹ ਕੰਟਰੋਲ ਹੋਏਗਾ। ਲੇਕਿਨ ਜਿਹੜੀਆਂ 2-3 ਮੈਂ ਗੱਲਾਂ ਦੱਸੀਆਂ ਆ ਕੇ ਕਿ ਜ਼ਮੀਨ ਦੇ ਵਿੱਚ ਨਮੀ ਹੋਣੀ ਚਾਹੀਦੀ ਹੈ, ਉਹਦੀ ਜ਼ਮੀਨ ਜਿਹੜੀ ਨਦੀਨ ਦੀ ਅਵਸਥਾ ਵਾ ਉਹ ਛੋਟੀ ਹੋਣੀ ਚਾਹੀਦੀ ਆ ਕੇ, ਪਾਣੀ ਪੂਰਾ ਲਾਉਣਾ ਆ ਕੇ, ਔਰ ਸਹੀ ਮਾਤਰਾ ਦੇ ਵਿੱਚ ਦਵਾਈ ਪਾ ਕੇ ਜਿਹੜੀ ਉਹਨੂੰ ਸਮੇਂ ਸਿਰ ਜਿਹੜਾ ਉਹਦੀ ਸਪਰੇਅ ਕਰਨੀ ਆ ਕੇ, ਤਾਂ ਜੋ ਆਪਣਾ ਜਿਹੜਾ ਨਦੀਨ ਨੇ ਸਾਰੇ ਕੰਟਰੋਲ ਹੋ ਜਾਣ। ਚੀਮਾ ਸਾਹਿਬ, ਜਿਸ ਤਰ੍ਹਾਂ ਮੈਂ ਦੱਸਿਆ ਤੁਹਾਡੇ ਯੂਨੀਵਰਸਿਟੀ ਦੇ ਜਿਹੜੇ ਨਦੀਨ ਨੇ ਉਹਨਾਂ ਦਾ ਕਿਸਾਨ ਵੀਰ ਇਸ ਤਰ੍ਹਾਂ ਕੰਟਰੋਲ ਕਰ ਸਕਦੇ ਨੇ ਆ ਕੇ ਸਾਰਾ। ਇਸ ਤੋਂ ਇਲਾਵਾ ਤੁਸੀਂ ਜਿਹੜਾ ਵਾ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਜਿਹਦੇ ਨਾਲ ਸਾਡੀ ਸਿੱਧੀ ਬਿਜਾਈ ਜਿਹੜੀ ਉਹ ਕਾਮਯਾਬ ਹੋਏ ਤੇ ਕਿਸਾਨ ਨੂੰ ਕਿਸੇ ਕਿਸਮ ਦਾ ਘਾਟਾ ਨਾ ਪਵੇ? ਕਿਸਾਨ ਵੀਰਾਂ ਨੂੰ ਮੈਂ ਇੱਥੇ ਅਪੀਲ ਕਰਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਇਹ ਵਿੱਢੀ ਗਈ ਹੈ ਉਸ ਤੇ ਆਪਾਂ ਵਿਸ਼ਵਾਸ ਕਰੀਏ ਸਾਰੇ, ਔਰ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ, ਸਾਡਾ ਜਿਹੜਾ ਕੁਦਰਤੀ ਸੋਮਾ ਉਸ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਵਿਧੀ ਨੂੰ ਅਪਣਾ ਲਈਏ। ਕਿਤੇ ਇਹ ਨਾ ਹੋਵੇ ਕਿ ਲੇਟ ਹੋਰ ਹੋ ਜਾਵੇ, ਬਾਅਦ ਦੇ ਵਿੱਚ ਕਹਿੰਦੇ ਆ ਡੁੱਲਿਆਂ ਬੇਰਾਂ ਦਾ ਫਿਰ ਉਹ ਸੰਭਾਲਿਆ ਨਹੀਂ ਜਾਣਾ ਕੰਮ। ਸਮੇਂ ਦੇ ਨਾਲ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ, ਇਸ ਕਰਕੇ ਹੁਣ ਸਿੱਧੀ ਬਿਜਾਈ ਦੇ ਵੱਲੋਂ ਆਪਾਂ ਫੈਸਲਾ ਲੈ ਲਈਏ। ਸਰਕਾਰ ਦੇ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ, ਖੇਤੀਬਾੜੀ ਵਿਭਾਗ ਦੇ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਹਰ ਇੱਕ ਕਿਸਾਨ ਨੂੰ ਮਿਲਿਆ ਜਾ ਰਿਹਾ। ਔਰ ਸਾਡੇ ਕੋਲ ਇੱਕ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਕੁਝ ਸੁਚੇਤ ਕਿਸਾਨ ਜਿਹੜੇ ਸਾਡੇ ਕੋਲ ਖੁਦ ਵੀ ਪਹੁੰਚ ਰਹੇ ਨੇ ਦਫ਼ਤਰਾਂ ਦੇ ਵਿੱਚ, ਔਰ ਉਹ ਸਾਡੇ ਤੋਂ ਤਕਨੀਕੀ ਸਲਾਹ ਲੈ ਰਹੇ ਨੇ। ਮੈਂ ਇੱਥੇ ਬੇਨਤੀ ਕਰੂੰਗਾ ਸਾਰੇ ਕਿਸਾਨਾਂ ਨੂੰ ਕਿ ਆਪਾਂ ਆਓ ਰਲ ਮਿਲ ਕੇ ਹੰਬਲਾ ਮਾਰੀਏ, ਸਿੱਧੀ ਬਿਜਾਈ ਦੇ ਥੱਲੇ ਰਕਬਾ ਵਧਾ ਲਈਏ, ਕਿਉਂਕਿ 1/3 ਹਿੱਸਾ ਜਿਹੜਾ ਹਰ ਇੱਕ ਕਿਸਾਨ ਉਹ ਆਪਣੇ ਰਕਬੇ ਦੇ ਵਿੱਚੋਂ ਸਿੱਧੀ ਬਿਜਾਈ ਥੱਲੇ ਲੈ ਕੇ ਆਵੇ ਔਰ ਪਾਣੀ ਨੂੰ ਬਚਾਵੇ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਖੁਸ਼ ਰੱਖ ਸਕੀਏ, ਪਾਣੀ ਉਹਨਾਂ ਨੂੰ ਪਿਆ ਸਕੀਏ। ਇਸੇ ਅਪੀਲ ਦੇ ਨਾਲ ਮੈਂ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕਰਾਂਗਾ ਕਿ ਤੁਸੀਂ ਸਾਰੇ ਆਓ, ਸਾਰੇ ਰਲ ਮਿਲ ਕੇ ਸਾਥ ਦਈਏ ਤੇ ਵੱਧ ਤੋਂ ਵੱਧ ਅਸੀਂ ਸਿੱਧੀ ਬਿਜਾਈ ਅਪਣਾ ਕੇ ਆਪਣੇ ਪੰਜਾਬ ਨੂੰ ਬਚਾਈਏ ਔਰ ਖੁਸ਼ਹਾਲ ਬਣਾਈਏ। ਥੈਂਕ ਯੂ ਵੈਰੀ ਮਚ।